ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ 33। 25ਵੀਂ ਪੌੜੀ ਹੈ ਭਾਈਏ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਕੁਦਰਤ ਦੇ ਗੁਣ ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ ਹੈ ਭਾਈ। ਉਹ ਬੁੱਧ ਵੱਲ ਸ਼ਕਤੀ ਹੈ, ਪ੍ਰਕਾਸ਼ ਰੂਪ ਸ਼ਕਤੀ ਹੈ, ਸਰੀਰ ਤੋਂ ਪਰੇ ਹੈ। ਇਹ ਸਾਰਾ ਉਹਦਾ ਹੀ ਖੇਲ ਹੈ। ਨਿਰਾਕਾਰ ਦਾ ਇਹ ਗੁਣ ਹੈ, ਉਹ ਅੱਖਾਂ ਨੂੰ ਨਹੀਂ ਦਿੰਦਾ, ਇਹ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਮਨ ਕਿਸੇ ਨੇ ਆਉਂਦਾ ਦੇਖਿਆ ਨਹੀਂ, ਨਾ ਜਾਂਦਾ ਦੇਖਿਆ। ਝੂਠ ਬਹੁਤ ਬੋਲਿਆ ਗਿਆ ਵਾ, ਝੂਠ ਮਨ ਦਾ ਸੁਭਾਅ ਆ ਬੋਲਣਾ। ਬੜੇ ਬੜੇ ਦਾਅਵੇ ਕੀਤੇ ਜਾਂਦੇ ਹੈ। ਮਨ ਦਾ ਕੀ ਰੂਪ ਹੈ? ਜੋ ਅਸੀਂ ਬੋਲਦੇ ਹਾਂ ਕਾਲਪਨਿਕ ਰੂਪ ਹੈ ਉਹ ਮਨ ਦਾ। ਜਦੋਂ ਗੁਪਤ ਹੋ ਜਾਂਦਾ ਹੈ ਇਹਨੂੰ ਮਰਨਾ ਕਹਿ ਦਿੰਦੇ ਹਾਂ ਅਸੀਂ। ਪਰ ਸਰੀਰ 'ਚ ਰਹਿੰਦਿਆਂ ਆਪਾਂ ਖੋਜਣਾ ਵਾ ਆਪਦੇ ਆਪ ਨੂੰ ਗੁਰਮਤਿ ਦਾ ਗਿਆਨ ਲੈ ਕੇ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸੁਪਾਈ। ਕਿੱਥੇ ਚਲਾ ਜਾਂਦਾ ਹੈ ਮਨ? ਜਾਣ ਨਹੀਂ ਦੇਣਾ ਇਹਨੂੰ। ਪਹਿਲਾਂ ਅਕਲੀ ਸਾਹਿਬ ਸੇਵੀ ਅਕਲ ਲੈਣੀ ਆਪਾਂ। ਅਕਲੀ ਪੜ੍ਹ ਕੇ ਬੁੱਝੀਏ, ਅਕਲ ਮਿਲਣੀ ਆਪਾਂ ਨੂੰ ਗੁਰੂ ਤੋਂ। ਅਕਲਗਤ ਗੁਰ ਤੇ ਜਾਣੀ, ਫਿਰ ਮਨ ਵਸ 'ਚ ਆਉਂਦਾ ਵਾ। ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਗੁਰੂ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ। ਜਦੋਂ ਮਨ ਟਿਕ ਜਾਂਦਾ ਹੈ, ਬੁੱਧੀ ਆਪਦੇ ਮੂਲ ਹਰ 'ਚ ਲੈ ਹੋ ਜਾਂਦੀ ਹੈ, ਇੱਕ ਹੋ ਜਾਂਦੇ ਨੇ। ਪਰ ਇੱਕ ਹੋਣ ਤੱਕ ਆਪਾਂ ਨੂੰ ਇਹ ਚਾਰ ਗੁਣਾਂ ਦੀ ਪ੍ਰਾਪਤੀ ਕਰਨੀ ਪੈਂਦੀ ਆਤਮਾ ਕਰਕੇ। ਨਿਰਭਉ ਇਹ ਪਹਿਲਾ ਗੁਣ ਆਪਣੇ 'ਚ ਪ੍ਰਾਪਤ ਹੁੰਦਾ। ਭੈ ਤੋਂ ਮੁਕਤ ਹੋ ਜਾਂਦੇ ਹਾਂ ਜਦੋਂ ਅਸੀਂ ਗੁਰਸ਼ਬਦ ਦਾ ਗਿਆਨ ਲੈ ਕੇ ਆਪਦੇ ਘਰ ਪਹੁੰਚ ਜਾਂਦੇ ਹਾਂ, ਗੁਰ ਕੇ ਚਰਨ ਬਾਣੀ ਨਾਲ ਜੁੜ ਕੇ। ਫਿਰ ਜਦੋਂ ਅਸੀਂ ਭੈ ਤੋਂ ਮੁਕਤ ਹੁੰਦੇ ਹਾਂ, ਪਹਿਲਾ ਗੁਣ ਹੈ। ਦੂਆ ਗੁਣ ਨਿਰਵੈਰ, ਸੰਸਾਰ ਨਾਲ ਵੈਰ ਵਿਰੋਧ ਸਾਡਾ ਖਤਮ। ਫਿਰ ਕਾਲ ਤੋਂ ਮੁਕਤ, ਫਿਰ ਇਹ ਸਰੀਰ ਤੋਂ ਪਰੇ ਅਜੂਨੀ ਹੋ ਜਾਂਦੇ ਹਾਂ। ਸਰੀਰ 'ਚ ਰਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਦੇਵਲੋਕ ਪਹੁੰਚ ਜਾਂਦੇ ਹਾਂ ਅਸੀਂ। ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਆਪਾਂ ਤਾਂ ਇੱਥੇ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਹਾਂ, ਸਰੀਰ ਕਰਕੇ ਪੂਰਨ ਮੰਨਦੇ ਆਪਦੇ ਆਪ ਨੂੰ। ਉਹ ਨਹੀਂ ਭਾਈ, ਸਾਡੇ 'ਚ ਗੁਣ ਤਾਂ ਕੋਈ ਵੀ ਨਹੀਂ। ਭੈ ਤੋਂ ਮੁਕਤ ਅਸੀਂ ਨਹੀਂ। ਨਾਲ ਬਾਡੀਗਾਰਡ ਰੱਖੇ ਹੋਏ ਸਾਡੇ। ਚਿੰਤਾ ਰਹਿੰਦੀ ਹੈ, ਰਾਜ 'ਚ ਵੀ ਚਿੰਤਾ ਰਹਿੰਦੀ ਹੈ, ਮਾਇਆ 'ਚ ਵੀ ਚਿੰਤਾ ਰਹੂਗੀ। ਹੋ ਹੀ ਨਹੀਂ ਸਕਦਾ। ਮਾਇਆ ਪਾਰ ਕਰਨੀ ਹੈ ਆਪਾਂ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਉਹ ਪਾਰ ਤਾਂ ਅਸੀਂ ਕੀਤਾ ਨਹੀਂ ਹਲੇ। ਸਰੀਰ ਕਰਕੇ ਪੂਰਨ ਹੋ ਗਏ। ਉਹ 'ਚੋਂ ਕੀ ਫਿਰ ਮਿਲਣਾ ਸੀ? ਹੰਕਾਰ। ਦਸਵੇਂ ਪਾਤਸ਼ਾਹ ਕੀ ਸਮਝਾਉਂਦੇ ਆ? ਗਰਭ ਗੰਜਨ ਦੁਸ਼ਟ ਭੰਜਨ। ਜਿੱਥੇ ਹੰਕਾਰ ਹੈ ਉੱਥੇ ਫਿਰ ਚੋਟ ਪਊਗੀ ਪਊਗੀ। ਹੁਣ ਆਪਾਂ ਗੁਣਾਂ ਬਾਰੇ ਵਿਚਾਰ ਕਰੀਏ। ਇੱਕ ਐਸਾ ਗੁਣ ਹੈ ਗਿਆਨ, ਕੁਦਰਤ ਦਾ ਅਮੁੱਲ ਹੈ, ਉਹਦੀ ਕੋਈ ਕੀਮਤ ਨਹੀਂ ਹੈਗੀ। ਕੀਮਤ ਉਸ ਚੀਜ਼ ਦੀ ਪੈਂਦੀ ਹੈ ਜਿਹਦੇ ਬਰਾਬਰ ਕੋਈ ਹੋਰ ਹੋਵੇ। ਉਹੋ ਜਿਹੀ ਕੋਈ ਚੀਜ਼ ਹੋਰ ਹੋਵੇ, ਫਿਰ ਉਹਦੀ ਆਪਾਂ ਕੀਮਤ ਪਾ ਸਕਦੇ ਹਾਂ। ਅਤਿ ਸੁੰਦਰ, ਅਤਿ ਸਮਝਾਉਂਦੇ ਨੇ, ਭਲਾ 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 ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ। ਅਨੂਪ ਹੁੰਦਾ ਜਿਹਦੀ ਉਪਮਾ ਨਾ ਹੋ ਸਕੇ। ਅਗੰਮ ਹੈ, ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ ਹੈ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ। ਤੇਰੇ ਦਰਸ਼ਨ ਦੀ ਉਪਮਾ ਨਹੀਂ ਹੋ ਸਕਦੀ। ਤੇਰੇ ਵਰਗਾ ਹੈ ਹੀ ਨਹੀਂ ਕੋਈ ਹੋਰ। ਇਹ ਗੁਣ ਨੇ, ਸਾਡੇ ਅੱਖਾਂ ਨੂੰ ਨਹੀਂ ਦਿੰਦਾ, ਉਹ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ। ਫਿਰ ਵੀ ਬਹੁਤ ਝੂਠ ਬੋਲਿਆ ਗਿਆ। ਕਿਸੇ ਨੂੰ ਦਰਸ਼ਨ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ। ਨਹੀਂ, ਸਭ ਝੂਠ ਹੈ ਭਾਈ। ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ। ਹਾਲੇ ਤਾਂ ਪੂਰਨ ਹੀ ਨਹੀਂ ਹੋਇਆ, ਇੱਕ ਹੀ ਨਹੀਂ ਹੋਇਆ। ਇਹ ਸਰੀਰ ਕਰਕੇ ਪੂਰਨ ਮੰਨੀ ਜਾਂਦਾ ਆਪਦੇ ਆਪ ਨੂੰ। ਉਸ ਅਵਸਥਾ 'ਚ ਜਾ ਕੇ ਫਿਰ ਆਪਾਂ ਗੁਣਾਂ ਦੀ ਜਿਹੜੀ ਵਿਚਾਰ ਹੈ ਉਹਦਾ ਜਸ ਕਰਨਾ ਹੈ। ਜੋ ਭਗਤ ਗੁਰੂ ਸਾਹਿਬਾਨਾਂ ਨੇ ਕੀਤਾ ਉਹ ਆਪਾਂ ਤਾਂ ਕਰਾਂਗੇ ਜੀ ਉਹ ਅਵਸਥਾ 'ਚ ਆਪਾਂ ਪਹੁੰਚਾਂਗੇ। ਉੱਥੇ ਪਹੁੰਚਣਾ ਆਪਾਂ। ਫਿਰ ਇਹ ਗੁਣਾਂ ਦਾ ਵਪਾਰ ਹੁੰਦਾ ਹੈ। ਅਮੁੱਲ ਗੁਣ ਕਿਸੇ ਕੀਮਤ 'ਤੇ ਆਪਾਂ ਨੂੰ ਮਿਲਦੇ ਨਹੀਂ, ਉਹਦੀ ਕਿਰਪਾ ਰਹਿਮਤ ਨਾਲ ਮਿਲਦੇ ਨੇ। ਕਿਰਪਾ ਰਹਿਮਤ ਨਹੀਂ ਅੱਗੇ ਵੰਡੇ ਜਾਣੇ ਨੇ। ਆਪ ਜਪੇ ਅਵਰੇ ਨਾਮ ਜਪਾਵੇ, ਹਰ ਜਨ ਮੁਕਤ ਜੁਗਤ ਜੀ ਕਾ ਦਾਤਾ। ਮੁਕਤੀ ਦੀ ਵਿਧੀ ਸਮਝਾਉਂਦਾ ਉਹ ਗੁਰਸਿੱਖ, ਜਿਹਨੂੰ ਇਹ ਗੁਣ ਪ੍ਰਾਪਤ ਹੋ ਜਾਂਦੇ ਨੇ। ਫਿਰ ਉਹ ਵਪਾਰ ਕਰਦਾ ਹੈ, ਅਮੁੱਲ ਭੰਡਾਰ ਹੈ ਅੱਗੇ। ਫਿਰ ਗਿਆਨ ਵੱਧਦਾ ਚਲੇ ਜਾਂਦਾ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸੰਦਾ, ਤੁਧ ਸਭ ਕਿਸ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਲਖਮੀ ਟੋਟ ਨਾ ਆਵੀ, ਖਾਏ ਖਰਚ ਰਹਿੰਦਾ। ਵੰਡੀ ਚਲੋ ਗਿਆਨ ਕਿੰਨਾ ਹੋਰ ਪਿੱਛੋਂ ਆਈ ਜਾਂਦਾ ਹੈ।
ਖਾਏ ਖਰਚ ਰਹੰਦਾ, ਉਹ ਅਵਸਥਾ ਬਣ ਜਾਂਦੀ ਹੈ। ਉਹ ਗੁਰਸਿੱਖ ਫਿਰ ਗੁਣਾਂ ਦਾ ਵਪਾਰ ਕਰਦੇ ਨੇ। ਉਹ ਮੁੱਲ ਆਵੇ ਜਿਹਨੂੰ ਇਹ ਆ ਜਾਵੇ, ਗੁਣ ਕਿੱਥੇ ਲੈ ਜਾਂਦੇ ਆ ਉਹਨੂੰ? ਉਹ ਆਪਦੇ ਮੂਲ 'ਚ ਸਮਾ ਜਾਂਦਾ ਹੈ, ਹੁਕਮ 'ਚ ਸਮਾ ਜਾਂਦੇ ਆਪਾਂ। ਜਸ ਕਰਦੇ ਕਰਦੇ ਅਮੁੱਲ ਭਾਏ ਅਮੁੱਲਾਂ ਸਮਾਏ। ਮਨ ਬੁੱਧੀ ਪਹਿਲਾਂ ਤਿਆਗ ਕਰਕੇ ਆਪਦੇ ਮੂਲ ਹਰ 'ਚ ਲਾਏ ਹੁੰਦੇ ਨੇ, ਸਤਿਗੁਰ 'ਚ। ਫਿਰ ਇੱਕ ਹੋਣ ਤੋਂ ਬਾਅਦ ਸਤਿਗੁਰ ਦੇ ਨਾਮ ਪਾਇਆ ਜਾਏ, ਫਿਰ ਅਸੀਂ ਹੁਕਮ 'ਚ ਸਮਾਉਂਦੇ ਹਾਂ। ਉਹ ਨਾਮ ਹੈ ਭਾਈ, ਨਾਮੇ ਉਤਪਤ ਨਾਮੇ ਪਰਲੋ। ਗੁਣਾਂ ਨੂੰ ਵਿਚਾਰਦਿਆਂ ਨੂੰ ਸਾਨੂੰ ਕਿੱਡਾ ਵੱਡਾ ਲਾਭ ਹੋਇਆ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਅਸੀਂ ਕਾਲ ਤੋਂ ਮੁਕਤ ਹੋ ਗਏ, ਆਪਦੇ ਘਰ ਪਹੁੰਚ ਗਏ। ਅਮੁੱਲ ਧਰਮ ਇਹੀ ਧਰਮ ਹੈ। ਸੱਚ ਗਿਆਨ ਇਹ ਅਮੁੱਲ ਹੈ ਭਾਈ। ਕੋਈ ਕਿਸੇ ਨੂੰ ਨਹੀਂ ਦੇ ਸਕਦਾ, ਦੱਸ ਸਕਦਾ ਹੈ, ਸਮਝਾ ਸਕਦਾ ਹੈ, ਦੇ ਨਹੀਂ ਸਕਦਾ। ਸੰਸਾਰ ਦੀ ਵਿਧੀ ਵੀ ਆਪਾਂ ਜਾਣੀਏ, ਜੇ ਦੇ ਸਕਦੇ ਹੁੰਦੇ ਟੀਚਰ ਵਿਦਿਆ ਸੰਸਾਰੀ ਵੀ, ਤਾਂ ਸਾਰੇ ਡਾਕਟਰ ਸਾਰੇ ਵਕੀਲ ਬਣ ਜਾਂਦੇ ਭਾਈ। ਨਹੀਂ, ਸਾਰਾ ਕੁਛ ਉਹ 'ਤੇ ਕਿਰਪਾ 'ਤੇ ਖੜ੍ਹਾ ਹੈ। ਸੰਸਾਰੀ ਸੰਪਤ, ਉੱਚੇ ਰੁਤਬੇ, ਵਡਿਆਈਆਂ, ਉਹ ਵੀ ਉਹਦੀ ਕਿਰਪਾ। ਜਿਸ ਧਨ ਕੋ ਚਾਰ ਕੋ ਟੁੱਟਤਾਵੇ, ਸੋ ਧਨ ਹਰ ਸੇਵਾ 'ਤੇ ਪਾਵੇ, ਉਹ ਵੀ ਉਹਦੀ ਕਿਰਪਾ। ਲੋਕ ਪਰਲੋਕ ਦਾ ਮਾਲਕ ਹੈ ਭਾਈ, ਉਹਦਾ ਹੀ ਹੁਕਮ ਚੱਲੂ, ਸਾਡਾ ਕਿਵੇਂ ਚੱਲੂਗਾ? ਪਰ ਅਸੀਂ ਫਿਰ ਵੀ ਵਿਰੋਧ ਕਰਦੇ ਹਾਂ। ਉਹੀ ਸਾਡਾ ਕਾਲ ਹੈ। ਅਮੁੱਲ ਦੀਵਾਨ ਉਹ ਬਿਰਤੀ ਹੈ ਭਾਈ, ਫਿਰ ਉਹ ਭੰਗ ਨਹੀਂ ਹੁੰਦੀ ਹੈਗੀ। ਕਿਰਪਾ ਰਹਿਮਤ ਹੋ ਜਾਂਦੀ ਹੈ, ਕੁਦਰਤ ਦੀ ਅਡੋਲ ਅਵਸਥਾ ਹੁੰਦੀ ਆ। ਉਹ ਅਵਸਥਾ ਵਾਲੇ ਹੀ ਬਾਣੀ ਦਾ ਜਸ ਕਰ ਸਕਦੇ ਨੇ, ਸਮਝਾ ਸਕਦੇ ਨੇ, ਕਿਉਂਕਿ ਉਹ ਮਾਇਆ ਪਾਰ ਕਰ ਗਏ ਹੁੰਦੇ। ਮਾਇਆ ਦੇ ਵਿੱਚ ਸਵਾਰਥ ਰਹਿੰਦਾ ਹੈ, ਸਾਡੇ ਅੰਦਰ ਭੈ ਰਹਿੰਦਾ ਹੈ। ਕਬੀਰ ਮਾਇਆ ਡੋਲਣੀ ਡੁਲਾ ਕੇ ਰੱਖਦੀ ਹੈ, ਡੋਲਦਾ ਰਹਿੰਦਾ ਹੈ। ਅਸੀਂ ਭਵ ਸਾਗਰ ਪਾਰ ਕਰਨਾ, ਸੁਖ ਸਾਗਰ ਪਹੁੰਚਣਾ ਪਹਿਲਾਂ, ਫਿਰ ਸੁਖ ਸਾਗਰ ਜਾ ਕੇ ਜਸ ਹੁੰਦਾ ਹੈ। ਜਿੱਥੋਂ ਬਾਣੀ ਉਚਾਰੀ ਗਈ ਆ, ਉੱਥੇ ਜਾ ਕੇ ਸਮਝੀ ਜਾਊਗੀ, ਉੱਥੇ ਜਾ ਕੇ ਉਹਦਾ ਜਸ ਹੋਊਗਾ ਧਿਆਨ ਕਰਕੇ। ਅਮੁੱਲ ਪ੍ਰਵਾਨ ਉਹ ਪ੍ਰਵਾਨ ਹੋ ਜਾਂਦੇ ਨੇ। ਅਮੁੱਲ ਤੁੱਲ ਅਮੁੱਲ ਪ੍ਰਵਾਨ। ਜਿੰਨੀ ਸ੍ਰਿਸ਼ਟੀ ਦੇਖਦੇ ਹਾਂ, ਤੁੱਲ ਹੈ ਉਹਦੇ ਅੱਗੇ। ਕੁਦਰਤ ਦੀ ਬਰਾਬਰੀ ਕੋਈ ਚੀਜ਼ ਨਹੀਂ ਕਰ ਸਕਦੀ। ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਕੁਦਰਤ ਨੇ, ਉਹਨੇ ਸਾਰਾ ਕੁਛ ਆਪਣੇ ਵੱਸ 'ਚ ਰੱਖਿਆ ਹੋਇਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਜਿਨ੍ਹਾਂ ਨੇ ਹੁਕਮ ਬੁੱਝਿਆ ਉਹਨਾਂ ਨੇ ਜਸ ਕੀਤਾ। ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਹੈ। ਤੁੱਲ ਹੈ ਸਾਰੀ ਸ੍ਰਿਸ਼ਟੀ, ਉਹਦੇ ਬਰਾਬਰ ਕੁਛ ਨਹੀਂ ਹੈਗੀ। ਅਮੁੱਲ ਪ੍ਰਵਾਨ, ਉਹਦੀ ਕਿਰਪਾ ਰਹਿਮਤ ਨਾਲ ਜੀ ਪ੍ਰਵਾਨ ਹੁੰਦਾ ਹੈ, ਆਪਦੇ ਘਰ ਪਹੁੰਚਦਾ ਹੈ। ਇਹ ਆਪਾਂ ਬਖਸ਼ ਲੈਣੀ ਹੈ। ਮੁੱਲ ਬਖਸ਼ਿਸ਼ ਕੁਛ ਨਹੀਂ ਲੈਂਦਾ, ਕਿਰਪਾ ਰਹਿਮਤ ਕਰ ਦਿੰਦਾ ਦਾਤਾ। ਉਹਦਾ ਸੁਭਾਅ ਆ ਬਖਸ਼ਣਹਾਰ ਹੈ। ਅਸੀਂ ਕੀ ਹੈ? ਅਸੀਂ ਉਹਦੇ ਹੁਕਮ ਦਾ ਵਿਰੋਧ ਕਰਦੇ ਹਾਂ, ਅਸੀਂ ਉਹਦੀ ਬਰਾਬਰੀ ਕਰਦੇ ਹਾਂ। ਜੋ ਸਾਨੂੰ ਗਿਆਨ ਹੁੰਦਾ, ਸਾਰੀ ਖੇਲ ਸਮਝ ਆ ਜਾਂਦੀ ਵੀ ਐਡੀ ਵੱਡੀ ਸ਼ਕਤੀ ਦਾ ਅਸੀਂ ਵਿਰੋਧ ਕਰਦੇ ਰਹੇ, ਇਹਦਾ ਸਾਰਾ ਹੰਕਾਰ ਲੈ ਜਾਂਦਾ। ਤੈਨੂੰ ਸਾਨੂੰ ਬਾਣੀ ਵਿਚਾਰ ਕੇ ਸਮਝਾਉਂਦੀ ਹੈ, ਗੁਰੂ ਉਪਦੇਸ਼ ਰਾਹੀਂ ਗੁਰੂ ਭਗਤ ਸਾਹਿਬਾਨ ਸਮਝਾਉਂਦੇ ਨੇ। ਤੂੰ ਗੁਣ ਗਾ ਕੇ ਤਾਂ ਦੇਖ ਭਾਈ, ਉਹਦੇ ਸਮਝਦਾ ਸੀ ਉਹਦੇ ਗੁਣਾਂ ਨੂੰ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਫੈਲ। ਜਿਹੜੀ ਤੇਰੀ ਹਉਮੈ ਦੀ ਵਿਖ ਫੈਲੀ ਹੋਈ ਹੈ, ਖਤਮ ਹੋ ਜੂਗੀ। ਤੇਰਾ ਜਿਹੜਾ ਹੰਕਾਰ ਚੜ੍ਹਿਆ ਇੱਕ ਮਿੰਟ 'ਚ ਹੀ ਲੈ ਜੂਗਾ। ਉਹਦੇ ਗੁਣਾਂ ਨੂੰ ਵਿਚਾਰ ਕੇ ਤਾਂ ਦੇਖ, ਤੇਰੇ ਕੋਲ ਹੈ ਕੀ ਹੈ? ਜਦੋਂ ਸੰਸਾਰ 'ਚ ਤੂੰ ਆਉਣਾ, ਤੇਰੇ ਕੋਲ ਕੀ ਸੀਗਾ? ਇਹ ਦੇਹੀ ਤਾਂ ਉਹਦੀ ਕਿਰਪਾ ਨਾਲ ਮਿਲੀ ਤੈਨੂੰ। ਕਿਹਦੀ ਬਰਾਬਰੀ ਕਰਦਾ? ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਖਸਮ ਸੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਡੁੱਬ ਕੇ ਜਿਨ੍ਹਾਂ ਨੇ ਖਸਮ ਕੁਦਰਤ ਛੱਡਤੀ, ਸੱਚ ਛੱਡਤਾ। ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ, ਉਹਦੀ ਬਖਸ਼ਿਸ਼ ਲਈਏ। ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ। ਨਿਸ਼ਾਨ ਹੁੰਦਾ ਹੈ ਜਿਵੇਂ ਆਪਾਂ ਸੰਸਾਰੀ ਭਾਵ ਲੈ ਲਈਏ, ਆਪਾਂ ਨੂੰ ਸਮਝ ਆ ਜਾਵੇ। ਜਿਵੇਂ ਆਪਾਂ ਕੋਈ ਪੈਨ ਜਾਂ ਪੈਨਸ਼ਨ ਦਾ ਕਿਸੇ ਵੀ ਕਾਗਜ਼ 'ਤੇ ਆਪਾਂ ਰੰਗ ਲਿਖਦੇ ਹਾਂ, ਜਾਂ ਕਾਲਾ ਨੀਲਾ ਕੋਈ ਵੀ, ਉਹ ਪੈਨਸ਼ਨ ਆਪਦਾ ਰੂਪ ਜਿਹੜਾ ਹੈਗਾ ਉਹ ਪ੍ਰਗਟ ਕਰਦੀ ਹੈ। ਇਵੇਂ ਉਹ ਗੁਰਸਿੱਖਾਂ 'ਤੇ ਸੱਚ ਦਾ ਨਿਸ਼ਾਨ, ਸੱਚ ਦਾ ਚਿੰਨ੍ਹ ਕਹਿ ਲਈਏ। ਮਨ ਚਿੱਟਾ ਹੋ ਜਾਂਦਾ ਉਹਨਾਂ ਦਾ। ਪਹਿਲਾਂ ਕੀ ਹੁੰਦਾ? ਕਾਲਾ। ਜਨਮ ਜਨਮ ਕਾ ਵਿਛੜਿਆ ਹੈ ਮਨ, ਕਾਲਾ ਹੁਆ ਸਿਆਹੂ। ਖਨਲੀ ਧੋਤੇ ਉਜਲ ਨਾ ਹੋਵੇ, ਜੈਸਾ ਧੋਬਣ ਪਾਉ। ਜੇ ਅਸੀਂ ਆਪਦੀ ਮੱਤ ਨਾਲ ਲੱਗੇ ਰਹੇ, ਨਹੀਂ ਧੋਇਆ ਜਾਣਾ ਮਨ ਭਾਈ, ਹੋਰ ਕਾਲਾ ਹੋ ਜਾਊਗਾ ਮਨ। ਅਗਿਆਨਤਾ ਹਨੇਰਾ ਹੋਰ ਸਾਡੇ ਅੰਦਰ ਵਜੂਗਾ। ਸੁਖਮਨੀ ਸਾਹਿਬ ਸਤਿਗੁਰ ਸਮਝਾਉਂਦੇ ਆ, ਜੈ ਪੈਂਡੇ ਮਾਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਹੜੇ ਰਾਹ 'ਤੇ ਅਸੀਂ ਚੱਲ ਰਹੇ ਹਾਂ ਹਨੇਰਾ,
ਜੇ ਅਸੀਂ ਹਰ ਕਥਾ ਨਾਲ ਜੁੜਾਂਗੇ, ਇਹ ਚਾਨਣ ਵਾ। ਆਪਾਂ ਇਹ ਪ੍ਰਾਪਤੀ ਕਰਨੀ ਆ ਭਾਈ। ਮੁੱਲ ਨਿਸ਼ਾਨ ਅਗਲੀ ਅੱਧੀ ਪੌੜੀ ਫਿਰ ਆਪਾਂ ਦੂਏ ਭਾਗ 'ਚ ਲਵਾਂਗੇ। ਆਪਾਂ ਨੂੰ ਸਮਝ ਆ ਜੂਗੀ ਚੰਗੀ ਤਰ੍ਹਾਂ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ, ਗੁਣਾਂ ਬਾਰੇ ਸਮਝਣਾ ਵਾ। ਫਿਰ ਸਾਡੇ 'ਚੋਂ ਗੁਣ ਪੈਦਾ ਹੋ ਜਾਂਦੇ ਨੇ। ਗੁਣਾਂ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ। ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਪਿੱਛੇ ਪੜ੍ਹ ਕੇ ਆਏ ਹਾਂ। ਬਿਨ ਗੁਣ ਕੀਤੇ ਭਗਤੀ ਨਾ ਹੋਏ, ਉਹਦੀ ਭਗਤੀ ਨਹੀਂ ਕਰ ਸਕਦੇ। ਪਹਿਲਾਂ ਭੈ ਤੋਂ ਮੁਕਤ ਹੋਵਾਂਗੇ, ਨਿਰਵੈਰ ਹੋਵਾਂਗੇ, ਸੰਸਾਰ ਨਾਲ ਵੈਰ ਵਿਰੋਧ ਖਤਮ ਹੋਊ, ਕਾਲ ਤੋਂ ਮੁਕਤ ਹੋਵਾਂਗੇ, ਅਜੂਨੀ ਸਰੀਰ ਤੋਂ ਪਰੇ ਜਾਵਾਂਗੇ। ਫਿਰ ਥਿਰ ਹੋ ਕੇ ਉਹਦੀ ਭਗਤੀ ਹੁੰਦੀ ਹੈ, ਉਹਦੇ ਨਾਲ ਜੁੜ ਕੇ ਥਿਰ ਗੁਰੂ, ਥਿਰ ਨਾਰਾਇਣ। ਫਿਰ ਥਿਰ ਹੋ ਜਾਂਦੀ ਹੈ ਜੀਵ ਆਤਮਾ ਆਪਦੇ ਗੁਰੂ ਨਾਲ ਜੁੜ ਕੇ। ਪਰਮੇਸ਼ਰ ਨਾ ਕਹਿ ਲਈਏ, ਹੁਕਮ ਨਾ ਕਹਿ ਲਈਏ, ਕੁਦਰਤ ਨਾ ਕਹਿ ਲਈਏ, ਅਨੇਕਾਂ ਨਾਮ ਦੇ ਕੇ ਆਪਾਂ ਨੂੰ ਸਮਝਾਇਆ। ਸਾਨੂੰ ਸਮਝ ਆ ਜਾਵੇ ਉਹਦੀ ਕੁਦਰਤ ਦੀ ਸ਼ਕਤੀ ਬਾਰੇ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ, ਸਾਡੇ 'ਚ ਵੀ ਗੁਣ ਪੈਦਾ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।